ਹੋਰ ਵੀਡੀਓ ਵੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾइब कर दो ਤੇ ਬੈਲ ਆਈਕਨ ਨੂੰ ਕਰ ਲਓ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ श्री वाहिगुरू जी की फतेह। गुरु प्यारी साध संगत जी, जिवें थानू सारिਆਂ ਨੂੰ पता ही है कि पिछले महीने डेढ़ महीने तो जिहड़ा काफ़ी ज़्यादा चल रहा तुसीं सारिਆਂ ने देखिया ही है, सुनिया भी आ। ते कई वीर साडे उल्ट बोले, सानू माड़ा चंगा बोलिया, कई साडे हक च बोले ते कईयां ने सानू नीवा दिखाने लई बहुत कुछ किया। किद्दां ना किद्दां इन्हां नू माड़ा चंगा बोलेगा। चलो मैनू इस चीज़ नाल कोई फर्क नहीं पैंदा हैगा। ते क्यों नहीं फर्क पैंदा? क्योंकि साडे जिहड़े सानू प्यार करन वाले सी, वो अज भी साडे नाल खड़े ने, सानू अज भी प्यार दिंदे ने। ते बड़ा माड़ा चंगा संगत वालों बोलिया गया, भद्दी शब्दावली वरती गई। पर हुण महीने डेढ़ महीने बाद की निकल के आया सामने? कुछ निकलिया, कुछ साबित होया कुछ? गुरु प्यारी साध संगत जी, मैं तुहानूं दस देना चाहुंदा कि जिहड़ा समा जिहड़ा वो गुजरदा रहिंदा। सियाणे कहंदे हुंदे सी, जे माड़ा समा माड़ा ना तां सबर कर लो, सबर करो। जे चंगा तां वाहिगुरू दा शुकर करो। चलो समा माड़ा सीगा ते माड़ा सीगा समा, असी सबर किया इस चीज़ का। किसी दे अगे आण के माड़ा चंगा नहीं किसी नूं बोलिया। हाँ, ये गल जरूर सी भी जिथे मैनूं लोड़ पैंदी सी उत्थे मैं सामने आण के जिहड़ा अपना स्पष्टीकरण जिहड़ा वो जरूर रखिया वा। ते उस तो बाद मैं अपनी साध संगत नूं दस देना चाहुंदा कि जदों भी मतलब कि रौला पिया तो ਉਹਦੇ ਵਿੱਚ ਇੱਕੋ ਗੱਲ ਦਾ ਜਿਹੜਾ ਮੇਨ ਇਸ਼ੂ ਉੱਠਿਆ ਸੀਗਾ ਕਿ ਤੁਹਾਡੀਆਂ ਗੱਡੀਆਂ ਫੋਰਚੂਨਰ ਇਹਨਾਂ ਨੇ ਸੇਵਾ ਵਾਲੇ ਪੈਸਿਆਂ 'ਚ ਲੈ ਲਈਆਂ ਤੇ ਵਗੈਰਾ ਵਗੈਰਾ ਬਹੁਤ ਕੁਝ ਹੋਇਆ। ਚਲੋ ਸਾਰੀ ਸੰਗਤ ਨੇ ਸੁਣਿਆ, ਸੀ ਵੀ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਸੰਗਤ ਕੋਲੋਂ ਕਿ ਜੇ ਕਿਸੇ ਨੂੰ ਅਸੀਂ ਉੱਚਾ ਨੀਵਾਂ ਬੋਲ ਗਏ ਹੋਵਾਂਗੇ ਤੇ ਅਸੀਂ ਮਾਫੀ ਦੇ ਜਾਜਕ ਹਾਂ। ਤੇ ਉਸ ਤੋਂ ਬਾਅਦ ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ 23 ਮਾਰਚ ਨੂੰ 2020 ਦੇ ਵਿੱਚ ਜਿਹੜਾ ਲੋਕਡਾਊਨ ਸ਼ੁਰੂ ਹੋ ਗਿਆ ਸੀ। ਉਸ ਤੋਂ ਪਹਿਲਾਂ ਤੁਹਾਨੂੰ ਸੰਗਤ ਜੀ ਪਤਾ ਹੀ ਆ ਸਾਰਿਆਂ ਨੂੰ ਕਿ ਅਸੀਂ ਨੋਰਮਲ ਇੱਕ ਸੇਵਾ ਕਰਦੇ ਹੁੰਦੇ ਸੀਗੇ। ਬਜ਼ੁਰਗਾਂ ਨੂੰ ਘਰਾਂ ਦੇ ਵਿੱਚ ਜਿਹੜਾ ਰਾਸ਼ਨ ਜਾ ਕੇ ਦੇ ਆਉਂਦੇ ਹੁੰਦੇ ਸੀਗੇ NRI ਵੀਰਾਂ ਦੇ ਸਹਿਯੋਗ ਨਾਲ। ਕੁਝ ਸਾਡੇ ਪੰਜਾਬ ਪੁਲਿਸ ਦੇ ਨੌਜਵਾਨ ਸਾਡੇ ਨਾਲ ਜੁੜੇ ਹੋਏ ਸੀ, ਉਹਨਾਂ ਦੇ ਸਹਿਯੋਗ ਦੇ ਨਾਲ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਫੂਡ ਵਗੈਰਾ ਦੇ ਆਉਣਾ। ਤੇ ਉਸ ਤੋਂ ਬਾਅਦ ਲੋਕਡਾਊਨ ਹੋਇਆ, ਉਸ ਦੇ ਵਿੱਚ ਅਸੀਂ ਜਿਹੜੀ ਵੱਡੇ ਪੱਧਰ ਤੇ ਜਿਹੜੀ ਸੇਵਾ ਕਰਨੀ ਜਿਹੜੀ ਸੰਗਤ ਦੀ ਸ਼ੁਰੂ ਕਰ ਦਿੱਤੀ। ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਸੰਗਤ ਜੀ ਕਿ ਅਸੀਂ ਇੱਕ 800 ਰੁਪਏ ਦਾ ਪੈਕਟ ਬਣਿਆ ਸੀਗਾ ਇੱਕ, ਜਿਹਦੇ ਵਿੱਚ ਮਤਲਬ ਕਿ ਰਸੋਈ ਦਾ ਘਰੇਲੂ ਸਮਾਨ ਸੀਗਾ, ਜਿਹੜਾ ਰਸੋਈ ਦੇ ਵਿੱਚ ਆਪਣੀ ਘਰੇਲੂ ਸਮਾਨ ਵਰਤਿਆ ਜਾਂਦਾ ਵਾ। ਤੇ ਉਹਦੇ ਵਿੱਚ ਅਸੀਂ ਡੇਲੀ ਸੰਗਤ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਲੱਖ ਰੁਪਏ ਦਾ ਸਮਾਨ ਰੋਜ਼ ਦੇ ਕੇ ਸੰਗਤ ਨੂੰ ਜਿਹੜਾ ਝੁੱਗੀਆਂ ਦੇ ਵਿੱਚ ਲਾ ਲਓ ਜਾਂ ਜਿੱਥੇ ਕਿ ਸਾਨੂੰ ਲੱਗਦਾ ਸੀਗਾ ਕਿ ਜ਼ਰੂਰਤਮੰਦ ਆ, ਜਿਹੜੀਆਂ ਸਾਡੀਆਂ ਮਾਵਾਂ ਸੀਗੀਆਂ ਹੈ ਨਾ, ਜਿਨ੍ਹਾਂ ਦੇ ਕੋਈ ਨਹੀਂ ਧੀ ਪੁੱਤ ਸੀਗੇ, ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਅਸੀਂ ਮੁਹੱਈਆ ਕਰਵਾਉਂਦੇ ਰਹੇ ਹਾਂ NRI ਵੀਰਾਂ ਦੇ ਸਹਿਯੋਗ ਦੇ ਨਾਲ। ਸੋ ਸਾਡੀ ਸੇਵਾ ਸੱਚੀ ਸੀਗੀ, ਸਾਨੂੰ NRI ਵੀਰਾਂ ਦਾ ਪਿਆਰ ਮਿਲਿਆ। ਜਿਸ ਘਰ ਦੇ ਵਿੱਚ ਅਸੀਂ ਜਾਂਦੇ ਸੀਗੇ ਫੂਡ ਵਗੈਰਾ ਰਾਸ਼ਨ ਵਗੈਰਾ ਦੇਣ, ਤੇ ਉੱਥੇ ਜਦੋਂ ਜਿਹੜੇ ਘਰ ਦੇ ਹਾਲਾਤ ਮਾੜੇ ਹੁੰਦੇ ਸੀ, ਕਿਉਂਕਿ ਮੋਸਟਲੀ ਅਸੀਂ ਉੱਥੇ ਗਏ ਹਾਂ ਜਿੱਥੇ ਵਾਕਈ ਲੋੜ ਸੀ ਬਜ਼ੁਰਗਾਂ ਨੂੰ। ਤੁਸੀਂ ਬਿਲਕੁਲ ਮੇਰੀ ਇਹ ਵੀਡੀਓ ਵੇਖੀਆਂ ਹੋਣਗੀਆਂ। ਤੇ ਅਸੀਂ ਉੱਥੇ ਜਾਂਦੇ ਨੇ ਜਿੱਥੇ ਵਾਕਈ ਜ਼ਰੂਰਤ ਹੁੰਦੀ ਸੀਗੀ, ਜਿੱਥੇ ਮਾਵਾਂ ਬਜ਼ੁਰਗ ਬੈਠੀਆਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਜਾ ਕੇ ਅਸੀਂ ਜਿਹੜਾ ਰਾਸ਼ਨ ਵਗੈਰਾ ਦਿੰਦੇ ਸੀ। ਤੇ ਲੈਂਦੇ ਹੁੰਦੇ ਸੀ ਕਿ ਭਾਜੀ ਇਹਨਾਂ ਦਾ ਜਿਹੜਾ ਘਰ ਪੈਣਾ, ਅੱਜ ਅਸੀਂ ਬੇਨਤੀ ਕਰ ਦਿੰਦੇ ਸੀਗੇ ਕਿ ਭਾਈ ਇਹਨਾਂ ਦਾ ਘਰ ਬਣਨ ਵਾਲਾ, ਜੇ ਕੋਈ ਸਾਡਾ ਵੀਰ ਕੋਈ ਰੱਬੀ ਰੂਹ ਇਸ ਪਰਿਵਾਰ ਦੀ ਮਦਦ ਲਈ ਅੱਗੇ ਆ ਸਕਦੀ ਹੈ ਤਾਂ ਉਹ ਜ਼ਰੂਰ ਆਇਓ। ਉਹਦੇ ਵਿੱਚ ਸਾਡੇ NRI ਵੀਰਾਂ ਨੇ ਬੜਾ ਸਹਿਯੋਗ ਦਿੱਤਾ। ਤੇ ਮੈਂ ਇੱਥੇ ਸੰਗਤ ਨੂੰ ਪਹਿਲਾਂ ਦੱਸ ਦੇਣਾ ਚਾਹੁੰਦਾ ਕਿ ਅਸੀਂ ਜਿਹੜਾ 2 ਮਹੀਨੇ ਲਗਾਤਾਰ ਕਰੋਨਾ ਦੇ ਵਿੱਚ ਜਦੋਂ ਸਾਰੀ ਦੁਨੀਆ ਆਪਣੇ ਘਰਾਂ ਦੇ ਵਿੱਚ ਵੜ ਕੇ ਬੈਠ ਗਈ ਸੀਗੀ, ਤੇ ਉਦੋਂ ਵਾਹਿਗੁਰੂ ਦੀ ਮਿਹਰ ਦੇ ਨਾਲ ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸ੍ਰੀ ਰਕੇਸ਼ ਅਗਰਵਾਲ ਜੀ, ਉਹਨਾਂ ਦੇ ਹੁਕਮਾਂ ਦੇ ਨਾਲ
ਉਹਨਾਂ ਦੇ ਹੁਕਮਾਂ ਦੇ ਨਾਲ ਅਸੀਂ ਲੋਕਾਂ ਦੇ ਘਰ ਘਰ ਵਿੱਚ ਜਾ ਕੇ ਤੇ ਡੇਲੀ ਲੱਖ ਰੁਪਏ ਦਾ ਸਮਾਨ ਦਿੰਦੇ ਸੀ। 2 ਮਹੀਨੇ ਲਗਾਤਾਰ ਸਮਾਨ ਦਿੱਤਾ। 50 ਲੱਖ ਰੁਪਏ ਦਾ ਅਸੀਂ ਜਿਹੜਾ ਸੰਗਤ ਜੀ ਜਿਹੜੇ ਇਦਾਂ ਦੇ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਰਾਸ਼ਨ ਵੰਡਿਆ NRI ਵੀਰਾਂ ਦੇ ਸਹਿਯੋਗ ਦੇ ਨਾਲ। ਕਈ ਲੋਕ ਕਹਿੰਦੇ ਆ ਕਿ ਤੁਸੀਂ NRI ਵੀਰਾਂ ਦਾ ਪੈਸਾ ਜਿਹੜਾ ਤੁਸੀਂ ਦਿੱਤਾ ਵਾ, ਨਾ ਤੁਹਾਡੀ ਹੋ ਗਈ, ਮਸ਼ਹੂਰੀ ਤੁਹਾਡੀ ਹੋ ਗਈ, ਤੁਸੀਂ ਕੀ ਦਿੱਤਾ। ਪਰ ਮੈਂ ਸੰਗਤ ਜੀ ਮੇਰੇ ਪੱਲੇ ਤਾਂ ਕੁਝ ਨਹੀਂ ਹੈਗਾ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਕੌਣ ਹੁੰਦੇ ਆ। ਮੈਂ ਆਪਣੇ ਕੋਲੋਂ ਜਿੰਨਾ ਕੁ ਗਿਆ ਚਲੋ ਮੈਂ ਕਰਦਾ ਵਾਂ, ਪਰ ਮੈਂ ਸਭ ਤੋਂ ਜਿਹੜਾ ਵਡਮੁੱਲਾ ਜਿਹੜਾ ਸਮਾਂ ਕਹਿੰਦੇ ਜਿਹੜਾ ਇੱਕ ਵਾਰੀ ਨਿਕਲ ਜੇ ਮੁੜ ਕੇ ਦੁਬਾਰਾ ਨਹੀਂ ਆਉਂਦਾ, ਸਭ ਤੋਂ ਕੀਮਤੀ ਸਮਾਂ ਮੈਂ ਆਪਣਾ ਸਮਾਂ ਦਿੱਤਾ ਸੰਗਤ ਜੀ। ਸਾਰਿਆਂ ਨੇ ਤੁਸੀਂ ਸੰਗਤ ਜੀ ਦੇਖਿਆ ਹੀ ਆ, ਰਾਤ ਦਿਨ ਇੱਕ ਕੀਤੀ ਅਸੀਂ ਸਮਾਜ ਲਈ। ਚਲੋ ਇਹ ਗੱਲ ਵੱਖਰੀ ਹੈ ਕਿ ਸਾਨੂੰ ਮਾੜਾ ਚੰਗਾ ਬੋਲਿਆ ਗਿਆ ਤੇ ਉਹਦਾ ਕੋਈ ਮੈਨੂੰ ਇਹ ਨਹੀਂ ਹੈਗਾ ਕਿ ਕਿਸੇ ਨੇ ਮੈਨੂੰ ਚੰਗਾ ਕਿਹਾ ਜਾਂ ਮਾੜਾ ਕਿਹਾ, ਹੈ ਨਾ। ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਸੰਗਤ ਵੱਲੋਂ ਬਣਾਏ ਗਏ ਘਰ ਨੇ, ਅਸੀਂ ਕੌਣ ਹੁੰਦੇ ਹਾਂ, ਹੈ ਨਾ। ਸੰਗਤ ਨੇ ਕਹਿੰਦੀ ਹੁੰਦੀ ਸੀਗੀ ਕਿ ਭਾਈ ਤੁਸੀਂ ਗੋਲਡੀ ਭਾਜੀ ਕਰੋ ਤੇ ਅਸੀਂ ਜ਼ਰੂਰ ਤੁਹਾਡਾ ਸਹਿਯੋਗ ਦੇਵਾਂਗੇ। ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਸੰਗਤ ਜੀ ਕਿ 63 ਘਰ ਜਿਹੜੇ ਅਸੀਂ ਬਣਾ ਰਹੇ ਹਾਂ। ਤੇ ਇਹਨਾਂ ਦੇ ਵਿੱਚ ਲੋਕ ਇਹ ਕਹਿੰਦੇ ਆ ਕਿ ਤੁਸੀਂ ਵੀਡੀਓ ਤਾਂ 10-15 ਦੀ ਪਾਈ ਆ ਤੇ ਬਾਕੀ ਮੈਂ ਇਹਨਾਂ ਨੂੰ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਕਈ ਘਰ ਇਦਾਂ ਦੇ ਆ, ਕਿਉਂਕਿ ਜਿੱਦਾਂ ਮੇਰੇ ਕੋਲ ਸੇਵਾ ਆਈ ਗਈ, ਮੈਂ ਆਪਣੇ ਕੋਲ 1 ਰੁਪਈਆ ਨਹੀਂ ਰੱਖਿਆ। ਜਿੱਦਾਂ ਮੇਰੇ ਕੋਲ ਪਹਿਲਾਂ ਜਿੱਦਾਂ ਰਾਸ਼ਨ ਲਈ ਆਉਂਦੇ ਰਹੀ, ਮੈਂ ਉਦਾਂ ਹੀ ਰਾਸ਼ਨ ਵੰਡੀ ਗਿਆ ਲਗਾਤਾਰ। ਜਿੱਦਾਂ ਮੇਰੇ ਕੋਲ ਘਰਾਂ ਦੀ ਸੇਵਾ ਆਈ, ਮੈਂ ਉਦਾਂ ਹੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਹੋਣਾ ਕਿ ਜਿੱਦਾਂ ਆਪਾਂ ਇਦਾਂ ਲਗਾਤਾਰ ਸ਼ਰੇਆਮ ਫੜਾਏ ਪੈਸੇ, ਲੋ ਸੰਗਤ ਜੀ ਘਰ ਸਟਾਰਟ ਕਰੋ, ਲੋ ਸੰਗਤ ਜੀ ਘਰ ਸਟਾਰਟ ਕਰੋ, ਹੈ ਨਾ। ਤੇ ਜਿਹੜਾ 63 ਘਰ ਸੰਗਤ ਜੀ ਅਸੀਂ ਬਣਾਏ ਸੀਗੇ ਤੇ ਉਹਨਾਂ ਦੇ ਉੱਤੇ ਜਿਹੜਾ ਖਰਚਾ ਹੁਣ ਤੱਕ ਆਇਆ ਵਾ 85 ਲੱਖ ਰੁਪਈਆ, 85 ਲੱਖ 5,000। ਠੀਕ ਆ ਜੀ। ਤੇ ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਜਦੋਂ ਇਦਾਂ ਜਾਂਦੇ ਹੁੰਦੇ ਸੀ ਨਾ ਘਰਾਂ ਦੇ ਵਿੱਚ, ਤੇ ਉੱਥੇ ਸਾਡੇ ਕਈ ਵੀਰ ਹੁੰਦੇ ਸੀ, ਕਹਿ ਦਿੰਦੇ ਸੀ ਕਿ ਭਾਜੀ ਸਾਡੀ ਜਿਹੜੀ ਲੜਕੀ ਦਾ ਵਿਆਹ ਵਾ, ਜਦੋਂ ਅਸੀਂ ਰਾਸ਼ਨ ਵਗੈਰਾ ਦੇਣ ਜਾਂਦੇ ਹੁੰਦੇ ਸੀਗੇ ਤੇ ਉਹ ਕਹਿ ਦਿੰਦੇ ਸੀ ਕਿ ਭਾਜੀ ਸਾਡੀ ਧੀ ਦਾ ਵਿਆਹ ਵਾ, ਹਨਾ, ਤੇ ਤੁਸੀਂ ਸਾਡੀ ਜ਼ਰੂਰ ਮਦਦ ਕਰਿਓ। ਵੀ ਮੇਰਾ ਪਿਓ ਆ ਰਿਕਸ਼ਾ ਚਲਾਉਂਦਾ ਵਾ, ਦਿਹਾੜੀ ਦੱਪਾ ਕਰਦਾ, ਇੰਨਾ ਨਹੀਂ ਕਰ ਸਕਦਾ। ਤੇ ਉਸ ਲੋਕਡਾਊਨ ਦੇ ਵਿੱਚ ਦੇਖੋ ਸਾਡੇ ਕੋਲ ਇੱਕੋ ਹੀ ਆਪਸ਼ਨ ਹੁੰਦੀ ਸੀ ਵੀ ਚਲੋ ਜੀ ਨੋਰਮਲੀ ਸੰਗਤ ਨੂੰ ਜਿਹੜਾ ਆਪਾਂ ਦੇ ਦਈਏ ਰੋਟੀ ਪਾਣੀ ਖਵਾ ਕੇ, ਹਨਾ, ਵੀ ਨੋਰਮਲ ਅਸੀਂ ਰੋਟੀ ਪਾਣੀ ਖਵਾ ਦਾਂਗੇ ਭਾਈ, ਵੀ ਧੀ ਦਾ ਕਾਰਜ ਕਰ ਦਾਂਗੇ, ਹਨਾ। ਪਰ ਲੋਕਡਾਊਨ ਦੇ ਵਿੱਚ ਜਿਹੜਾ ਪਰਮਿਸ਼ਨ ਨਹੀਂ ਸੀ, ਕੋਈ ਜ਼ਿਆਦਾ ਨਹੀਂ ਆ ਸਕਦੇ ਸੀਗੇ ਬਰਾਤ ਦੇ ਵਿੱਚ, ਹਨਾ, ਜਿੱਦਾਂ ਹੁੰਦੀ ਆ। ਤੇ ਉਹ ਫਿਰ ਅਸੀਂ ਕਹਿੰਦੇ ਹੁੰਦੇ ਸੀ ਚਲੋ ਜਿਹੜਾ ਅਸੀਂ ਲੋਕਾਂ ਨੂੰ ਜਿਹੜੀ ਰੋਟੀ ਪਾਣੀ ਖਵਾਉਣਾ ਸੀ ਉਹਦਾ ਹੀ ਅਸੀਂ ਭੈਣਾਂ ਨੂੰ ਜਿਹੜਾ ਉਹ ਸਮਾਨ ਦੇ ਦਈਏ, ਜਿਨ੍ਹਾਂ ਨੂੰ ਲੋਕ ਅੱਜ ਕੱਲ੍ਹ ਕਹਿ ਰਹੇ ਆ ਕਿ ਤੁਸੀਂ ਭਾਈ ਦਾਜ ਦਿੰਦੇ ਹੋ, ਤੁਸੀਂ ਦਾਜ ਨੂੰ ਬੜਾਵਾ ਦਿੰਦੇ ਹੋ। ਮੈਂ ਚਲੋ ਇਸ ਗੱਲ ਤੇ ਮੈਂ ਸੰਗਤ ਅੱਗੇ ਮਾਫੀ ਮੰਗਦਾ, ਕਿਉਂਕਿ ਇੱਕ ਜਾਣੇ ਦੇ ਕਹਿਣ ਦੇ ਨਾਲ ਤਾਂ ਆਪਾਂ ਨਹੀਂ ਇਦਾਂ ਬੰਦ ਕਰਾਂਗੇ ਨਾ। ਸੰਗਤ ਦੇ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਵਾ, ਜਿੱਦਾਂ ਸੰਗਤ ਕਹੂਗੀ ਆਪਾਂ ਉਦਾਂ ਹੀ ਚੱਲਾਂਗੇ। ਜੇ ਸੰਗਤ ਕਹੂਗੀ ਵੀ ਨਹੀਂ ਭਾਈ ਇਹ ਗਲਤ ਗੱਲ ਆ, ਵੀ ਤੁਸੀਂ ਦਾਜ ਦੇ ਰਹੇ ਹੋ, ਤੇ ਆਪਾਂ ਇਹ ਜਿਹੜਾ ਦੇਣਾ ਬੰਦ ਕਰਾਂਗੇ। ਬਾਕੀ ਮੈਂ ਸੰਗਤ ਨੂੰ ਜਿੱਥੋਂ ਤੱਕ ਮੇਰੀ ਸੋਚੀ, ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਲੋਕ ਨਾ ਸਾਰੇ ਭੈਣਾਂ ਦੇ ਵਿਆਹ ਕਰਦੇ ਆ। ਕਿਹੜਾ ਵੀਰ ਆ ਜਿਹਦੇ ਘਰੇ ਨਹੀਂ, ਹੈ ਨਾ, ਭੈਣ ਹੈਗੀ, ਹਰ ਇੱਕ ਦੇ ਘਰ ਭੈਣ ਆ। ਹਰ ਇੱਕ ਵੱਧ ਤੋਂ ਵੱਧ ਜ਼ੋਰ ਲਾਉਂਦਾ ਵਾ ਵੀ ਮੈਂ ਆਪਣੀ ਭੈਣ ਦਾ ਕਾਰਜ ਵੱਧ ਕੇ ਕਰਾਂ, ਹੈ ਨਾ। ਤੇ ਮੈਂ ਇੱਕ ਗੱਲ ਤੁਸੀਂ ਵੀ ਨੋਟ ਕੀਤੀ ਹੋਣੀ ਆ, ਮੈਂ ਵੀ ਨੋਟ ਕੀਤੀ ਆ ਕਿ ਕਈ ਲੋਕ ਵਿਆਹਾਂ 'ਚ ਆਉਂਦੇ ਆ, ਸਾਰਾ ਕੁਝ ਖਾ ਕੇ ਤੇ ਮੂੰਹ ਦੇ ਉੱਤੇ ਹੱਥ ਫੇਰ ਕੇ ਤੇ ਇਹ ਵੀ ਗੱਲ ਕਹਿ ਜਾਂਦੇ ਜਾਣ ਲੱਗੇ ਕਿ ਵਿਆਹ ਦੇ ਵਿੱਚ ਫਲਾਨੀ ਚੀਜ਼ ਹੈ ਨਹੀਂ ਸੀਗੀ ਜਾਂ ਫਲਾਨੀ ਚੀਜ਼ ਖਾਣ ਨੂੰ ਨਹੀਂ ਮਿਲੀ। ਭਾਵੇਂ ਸਾਡਾ ਪੂਰਾ ਜ਼ੋਰ ਲੱਗ ਜਾਂਦਾ, ਪਰ ਫਿਰ ਵੀ ਲੋਕ ਜਿਹੜਾ ਇਹ ਗੱਲ ਕਹਿ ਜਾਂਦੇ ਆ ਕਿ ਫਲਾਨੀ ਚੀਜ਼ ਹੈ ਨਹੀਂ ਸੀ ਵਿਆਹ ਦੇ ਵਿੱਚ। ਤੇ ਮੈਂ ਚਲੋ ਮੇਰੀ ਇੰਨੀ ਕੁ ਸੋਚੀ ਸੀਗੀ ਕਿਸੇ ਨੂੰ ਖਵਾਉਣ ਦੇ ਨਾਲੋਂ ਉਹੀ ਪੈਸਿਆਂ ਦੇ ਨਾਲ ਭੈਣਾਂ ਨੂੰ ਸਮਾਨ ਦੇ ਦਿੱਤਾ ਜਾਵੇ, ਹੈ ਨਾ। ਵਿਚਾਰੀ ਚਲੋ ਆਪਣੇ ਘਰ ਦੇ ਵਿੱਚ ਜਾ ਕੇ ਉਸ ਚੀਜ਼ ਨੂੰ ਜਦੋਂ ਵਰਤੂਗੀ ਤਾਂ ਚਲੋ ਪੋਨੀ ਸੀਸਾਂ ਹੀ ਦਊਗੀ, ਹੈ ਨਾ। ਉਹ ਇਹ NRI ਵੀਰਾਂ ਦਾ ਸੀਗਾ ਇਹ ਵੀ, ਚਲੋ ਗੋਲਡੀ ਭਾਜੀ ਦੋ ਤੁਸੀਂ, ਕੋਈ ਗੱਲ ਨਹੀਂ, ਅਸੀਂ ਬੈਠੇ ਹਾਂ। ਤੇ ਬਾਕੀ ਇਹਦੇ ਉੱਤੇ ਜਿਹੜੇ ਸਵਾਲ ਖੜੇ ਹੋਏ ਆ ਕਿ ਭਾਜੀ ਤੁਸੀਂ ਜੇ ਦਿੰਦੇ ਹੋ ਤਾਂ ਗਰੀਬ ਪਰਿਵਾਰ ਆ, ਇਹ ਬਿੱਲ, ਚਲੋ ਅਸੀਂ ਉਹਨਾਂ ਦੀ ਗੱਲ ਨਾਲ ਵੀ
ਮੈਂ ਪਤਾ ਸੰਗਤ ਜੀ ਕਿੱਦਾਂ ਦਾ ਹਨਾ ਵੀ ਆਪਾਂ ਕਿਸੇ ਦੀ ਗੱਲ ਨਹੀਂ ਮੋੜਦੇ ਹੈਗੇ। ਜੇ ਉਹਨਾਂ ਨੇ ਕਿਹਾ ਵਾ ਤਾਂ ਹੁਣ ਅਸੀਂ ਅੱਗੇ ਤੋਂ ਜਿਹੜਾ ਇਹ ਫੈਸਲਾ ਲਿਆ ਸੰਗਤ ਦੇ ਨਾਲ ਮਿਲ ਕੇ ਕਿ ਭਾਈ ਜਿਹੜੀਆਂ ਬਿਜਲੀ ਦੇ ਉੱਤੇ ਚੱਲਣ ਵਾਲੀਆਂ ਚੀਜ਼ਾਂ ਨੇ, ਇੱਕ ਵਾਰੀ ਫੇਰ ਮੈਂ ਸਾਰਿਆਂ ਦੇ ਨਾਲ ਇਹਦੇ ਉੱਤੇ ਫੈਸਲਾ ਜਿਹੜਾ ਕਰੂੰਗਾ ਸੰਗਤ ਦੇ ਨਾਲ ਕਿ ਜਿਹੜੀਆਂ ਬਿਜਲੀ ਤੇ ਚੱਲਣ ਵਾਲੀਆਂ ਚੀਜ਼ਾਂ ਨੇ ਜਿਵੇਂ ਫਰਿੱਜ ਹੋ ਗਈ ਜਾਂ ਕੂਲਰ ਵਗੈਰਾ ਹੋ ਗਿਆ, ਇਹ ਆਪਾਂ ਜਿਹੜਾ ਨਹੀਂ ਦੇਵਾਂਗੇ। ਠੀਕ ਹੈ ਨਾ। ਜੇ ਕਹਿੰਦੇ ਆ ਕਿ ਭਾਈ ਬਿੱਲ ਜ਼ਿਆਦਾ ਆਉਂਦਾ ਤੇ ਆਪਾਂ ਜਿਹੜੀ ਉਹ ਚੀਜ਼ਾਂ ਨਹੀਂ ਦੇਵਾਂਗੇ ਤੇ ਆਪਾਂ ਜਿਹੜਾ ਬਾਕੀ ਜਿਹੜਾ ਹੋਰ ਜਿਹੜਾ ਉਹ ਭੈਣ ਦੇ ਵਰਤੋਂ ਦੇ ਵਿੱਚ ਸਮਾਨ ਜਿਹੜਾ ਆਉਂਦਾ ਵਾ ਆਪਾਂ ਉਹ ਜਿਹੜਾ ਦੇ ਦੇਵਾਂਗੇ। ਤੇ ਮੈਂ ਸੰਗਤ ਨੂੰ ਜਿਹੜਾ ਇਹ ਵੀ ਵਾ ਕਿ 10 ਪਰਿਵਾਰਾਂ ਨੂੰ ਹੁਣ ਤੱਕ ਅਸੀਂ ਜਿਹੜਾ ਸਮਾਨ ਦਿੱਤਾ ਵਾ ਭੈਣਾਂ ਨੂੰ। 10 ਭੈਣਾਂ ਨੂੰ 10 ਘਰ ਨੇ ਜਿੱਥੇ ਅਸੀਂ ਜਾ ਕੇ ਭੈਣਾਂ ਨੂੰ ਸਮਾਨ ਦਿੱਤਾ ਤੇ ਉਹ ਜਿਹੜੀ ਉਹਦੀ ਅਮਾਉਂਟ ਆ ਉਹ 10 ਲੱਖ ਦੇ ਕਰੀਬ ਆ। ਲੱਖ ਕੁ ਰੁਪਏ ਦਾ ਸੰਗਤ ਜੀ ਜਿਹੜਾ ਸਮਾਨ ਆਉਂਦਾ ਵਾ ਹਨਾ, ਜਿਹੜਾ ਸਾਰਾ ਵਿੱਚ ਪਾ ਕੇ, ਕਿਉਂਕਿ ਜਿੱਥੋਂ ਵੀ ਅਸੀਂ ਖਰੀਦ ਕਰਦੇ ਆ ਤੇ ਉੱਥੇ ਅਸੀਂ ਬੇਨਤੀ ਕਰ ਦਿੰਦੇ ਹੁੰਦੇ ਸੀ ਕਿ ਭਾਈ ਭੈਣ ਨੂੰ ਦਾਨ ਹੀ ਦੇਣਾ ਵਾ ਅਸੀਂ ਤਾਂ ਹਨਾ, ਵੀ ਸਮਾਨ ਦੇਣਾ ਵਾ। ਤੇ ਉਹ ਬਹੁਤ ਘੱਟ ਰੇਟ ਦੇ ਉੱਤੇ ਜਿਹੜੀ ਸਾਨੂੰ ਅਮਾਉਂਟ ਕਹਿੰਦੇ ਹੁੰਦੇ ਸੀਗੇ ਕਿ ਚਲੋ ਤੁਸੀਂ ਅੱਗੇ ਦਾਨ ਹੀ ਕਰਨਾ ਵਾ। ਤੇ ਉਹ 10 ਲੱਖ ਦਾ ਸਮਾਨ 10 ਪਰਿਵਾਰਾਂ ਨੂੰ ਹੁਣ ਤੱਕ ਅਸੀਂ ਦਿੱਤਾ ਵਾ। ਤੇ ਉਸ ਤੋਂ ਬਾਅਦ ਮੈਂ ਸੰਗਤ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ ਬਾਕੀ ਜਿਹੜੇ ਮੇਰੇ ਵੀਰ, ਜਿਹੜੀਆਂ ਸਾਡੀਆਂ ਬਜ਼ੁਰਗ ਮਾਵਾਂ ਸੀਗੀਆਂ ਤੇ ਉਹ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਸੀ ਲੋਕਡਾਊਨ ਦੇ ਦੌਰਾਨ, ਉਹਨਾਂ ਨੂੰ ਵੀ ਅਸੀਂ ਘਰ ਘਰ ਜਾ ਕੇ, ਜ਼ਿਆਦਾ ਤਾਂ ਨਹੀਂ 5-5 10-10 ਹਜ਼ਾਰ ਜਿੰਨਾ ਸਾਡੇ ਕੋਲੋਂ ਸਰਿਆ ਅਸੀਂ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਦਿੱਤਾ ਵਾ। ਤੇ ਉਸ ਤੋਂ ਬਾਅਦ ਜਿਹੜੇ ਅਸੀਂ 4 ਆਪਰੇਸ਼ਨ ਕਰਵਾ ਕੇ ਦਿੱਤੇ ਆ ਪੱਥਰੀਆਂ ਦੇ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਭੈਣਾਂ ਦੇ ਵਿਆਹਾਂ ਦੇ ਉੱਤੇ ਪਹਿਲਾਂ ਚਲੋ ਸਮਾਨ ਨਹੀਂ ਸੀ ਦਿੰਦੇ ਹੈਗੇ ਤੇ ਉਹਨਾਂ ਨੂੰ ਉੱਦਾਂ ਕਿਸੇ ਨੂੰ 20,000 ਦੇ ਦਿੰਦੇ ਹੁੰਦੇ ਸੀ, ਕਿਸੇ ਨੂੰ 25,000 ਰੁਪਇਆ ਦੇ ਦਿੰਦੇ ਹੁੰਦੇ ਸੀ। ਤੇ ਉਹਦੀ ਜਿਹੜੀ ਅਮਾਉਂਟ ਬਣੀ ਆ ਜਿਹੜੀ ਉਹ 5 ਲੱਖ ਰੁਪਇਆ ਬਣੀ ਆ। ਠੀਕ ਆ ਜੀ। ਤੇ ਉਸ ਤੋਂ ਬਾਅਦ ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੇ ਪਿੱਛੇ ਜੇ ਇੱਥੇ ਹਵਾਸ ਪਿੰਡ ਕੋਲੇ ਇੱਕ ਝੁੱਗੀਆਂ ਸੀ, 40-50 ਝੁੱਗੀਆਂ ਸੀਗੀਆਂ ਜਿਹੜੀਆਂ ਸਾਰਿਆਂ ਨੇ ਵੀਡੀਓ ਤੁਸੀਂ ਸੰਗਤ ਜੀ ਦੇਖੀ ਆ। ਤੇ ਉੱਥੇ ਵੀ ਜਿਹੜਾ ਅੱਗ ਲੱਗਣ ਕਰਕੇ ਕਾਫੀ ਜ਼ਿਆਦਾ ਝੁੱਗੀਆਂ ਦਾ ਜਿਹੜਾ ਨੁਕਸਾਨ ਹੋ ਗਿਆ ਸੀਗਾ। ਤੇ ਉੱਥੇ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਡੇ NRI ਵੀਰਾਂ ਦੇ ਸਹਿਯੋਗ ਨਾਲ, ਦੇਖੋ ਮੈਂ NRI ਵੀਰਾਂ ਦਾ ਤਾਂ ਮੈਂ ਕਹਿੰਦਾ ਕਿ ਸਾਰੀ ਜ਼ਿੰਦਗੀ ਵੀ ਮੈਂ ਕਹਾਂ ਕਿ ਮੈਂ ਆਸਾਨ ਨਹੀਂ ਦੇ ਸਕਦਾ ਜਿੰਨਾ ਉਹਨਾਂ ਨੇ ਸੇਵਾ ਦੇ ਵਿੱਚ ਇੰਨਾ ਵੱਡਾ ਯੋਗਦਾਨ ਪਾਇਆ। ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਉੱਥੇ 1,95,000 ਰੁਪਏ ਦਾ ਜਿਹੜਾ ਸਮਾਨ ਅਸੀਂ ਉਹਨਾਂ ਦੇ ਦੁਬਾਰਾ ਝੁੱਗੀਆਂ ਆਪ ਨਾਲ ਜਾ ਕੇ ਮਿਹਨਤ ਕੀਤੀ ਹੈ ਨਾ। ਅਫਸਰਾਂ ਦਾ ਹੁਕਮ ਸੀ ਸਾਡੇ ਪੁਲਿਸ ਕਮਿਸ਼ਨਰ ਸਾਹਿਬ ਦਾ, ਤੇ ਆਪ ਜਾ ਕੇ ਮਿਹਨਤ ਕੀਤੀ, ਝੁੱਗੀਆਂ ਬਣਾਈਆਂ। ਤੇ ਉਹਨਾਂ ਦੇ ਜੋ ਵੀ ਉਹਨਾਂ ਦਾ ਜਿੰਨਾ ਵੀ ਸਮਾਨ ਸੜਿਆ ਸੀ, 40-50 ਝੁੱਗੀਆਂ ਦਾ ਜਿੰਨਾ ਸਮਾਨ ਸੜਿਆ ਸੀਗਾ, ਜਿਹੜਾ ਉਹਨਾਂ ਨੂੰ ਨਵਾਂ ਲੈ ਕੇ ਦਿੱਤਾ ਸਾਰਾ। ਤੇ ਉਸ ਤੋਂ ਬਾਅਦ ਸੰਗਤ ਜੀ ਸਾਡੇ ਕੋਲ ਜਿਹੜੀ ਸੇਵਾ ਆਈ ਆ, ਮੈਂ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਿੱਤਾ ਵਾ। ਤੇ ਸਾਡੀ ਕੋਈ NGO ਰਜਿਸਟਰਡ ਨਹੀਂ, ਠੀਕ ਹੈ ਨਾ ਜੀ, ਮੈਂ ਤੁਹਾਨੂੰ ਦੱਸ ਦੇਵਾਂ। ਤੇ ਇਹ ਸੰਗਤ ਜੀ ਸਾਰਾ ਜਿਹੜਾ ਟੋਟਲ ਮਿਲਾ ਕੇ 1,52 ਲੱਖ ਰੁਪਇਆ ਬਣਦਾ ਵਾ। ਇੰਨੀ ਕੁ ਸਾਡੇ ਕੋਲ ਸੇਵਾ ਜਿਹੜੀ ਸੰਗਤ ਨੇ ਕੀਤੀ ਆ ਤੇ ਅਸੀਂ ਤੁਹਾਡੇ ਸਾਹਮਣੇ ਜਿਹੜੀ ਉਹ ਰੱਖ ਦਿੱਤੀ ਆ। ਤੇ ਉਸ ਤੋਂ ਬਾਅਦ ਬਾਕੀ ਮੈਂ ਵੀਰਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਬੜਾ ਮਾੜਾ ਚੰਗਾ ਬੋਲਿਆ ਗਿਆ ਨਾ, ਫਿਰ ਮੈਨੂੰ ਕਿਸੇ ਦੇ ਨਾਲ ਕੋਈ ਗੁੱਸਾ ਗਿਲਾ ਨਹੀਂ ਹੈਗਾ। ਤੇ ਬਾਕੀ ਕਹਿੰਦੇ ਸੀ ਰਹਿ ਗਈ ਗੱਲ ਹਿਸਾਬ ਕਿਤਾਬ ਦੀ ਕਿ ਤੁਸੀਂ ਨੋਟ ਨਹੀਂ ਕੀਤਾ। ਮੈਂ ਸੰਗਤ ਜੀ ਤੁਹਾਨੂੰ ਦੱਸ ਦੇਵਾਂ ਕਿ 20 ਅਪ੍ਰੈਲ ਠੀਕ ਆ, 20 ਅਪ੍ਰੈਲ 2019 ਤੋਂ ਲੈ ਕੇ ਹੁਣ ਤੱਕ ਰੁਪਈਆ ਸੰਗਤ ਜੀ, ਰੁਪਈਆ ਕਿਹੜੇ ਵੀਰ ਨੇ ਕਿਹੜੀ ਡੇਟ ਨੂੰ, ਆਹ ਦੇਖ ਲਓ, ਨੋਟ ਕਰ ਸਕਦੇ ਹੋ ਤੁਸੀਂ ਵੀ ਕਿਹੜੀ ਡੇਟ ਨੂੰ। ਚਲੋ ਇਹ ਤਾਂ ਕਹਿੰਦੇ ਵੀ ਕਾਗਜ਼, ਕਈਆਂ ਨੇ ਕਹਿਣਾ ਕਿ ਕਾਗਜ਼ ਕਾਲੇ ਕਰਕੇ ਤੇ ਹੁਣ ਸਾਹਮਣੇ ਆ ਗਏ ਹਨ। ਤੇ ਪਰ ਮੈਂ ਦੱਸ ਦੇਵਾਂ ਕਿ ਆਹ ਦੇਖ ਲਓ ਤੁਸੀਂ, ਮੈਂ ਤੁਹਾਨੂੰ ਦੱਸਦਾ ਕਿਹੜੀਆਂ ਡੇਟਾਂ ਨੂੰ ਕਿੰਨੀ ਅਮਾਊਂਟ ਭੇਜੀ ਆ। ਮੇਰੇ ਕੋਲ ਰੁਪਈਆ ਸੰਗਤ ਜੀ ਲਿਖਿਆ ਹੋਇਆ, ਕਿਉਂਕਿ ਮੈਨੂੰ ਪਤਾ ਸੀਗਾ ਵੀ ਜਿਹੜਾ ਲਾਸਟ ਤੇ ਆਣ ਕੇ ਨਾ ਜਦੋਂ ਬੰਦਾ ਇਦਾਂ ਕਰਦਾ, ਰੁਪਈਆ ਸੰਗਤ ਜੀ ਸਾਰਾ ਲਿਖਿਆ ਹੋਇਆ ਵਾ। ਤੇ
ਇਹ ਜਿਹੜਾ ਮੁੱਦਾ ਮੇਨ ਮੈਂ ਤੁਹਾਨੂੰ ਦੱਸ ਦਵਾਂ ਕਿ ਸਭ ਤੋਂ ਪਹਿਲਾਂ ਜਿਹੜਾ ਚੱਕਿਆ ਸੀਗਾ SHO ਸਾਹਿਬ ਕ੍ਰਿਸ਼ਨ ਲਾਲ ਜੀ ਹੋਣਾ ਨੇ, ਹਨਾ। ਤੇ ਮੈਂ ਚਲੋ ਉਹਨਾਂ ਨੂੰ ਉਹ ਮੇਰੇ ਅਫਸਰ ਰਹਿ ਚੁੱਕੇ ਆ ਮੇਰੇ ਮਹਿਕਮੇ ਦੇ, ਹਨਾ। ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ ਵਾਂ, ਹਨਾ, ਤੇ ਹਮੇਸ਼ਾ ਕਰਦਾ ਵੀ ਰਹੂੰਗਾ, ਆਉਣ ਵਾਲੇ ਸਮੇਂ ਦੇ ਵਿੱਚ ਕਰਦਾ ਵੀ ਰਹੂੰਗਾ। ਤੇ ਮੈਂ ਕੋਈ ਉਹਨਾਂ ਨੂੰ ਚੈਲੰਜ ਨਹੀਂ ਕਰਦਾ, ਇਹ ਨਹੀਂ ਵੀ ਮੈਂ ਉਹਨਾਂ ਨੂੰ ਕੋਈ ਚੈਲੰਜ ਕਰ ਰਿਹਾ ਵਾਂ, ਹਨਾ, ਵੀ ਉਹਨਾਂ ਨੂੰ ਨੀਵਾਂ ਦਿਖਾਉਣ ਲਈ ਇਹ ਗੱਲ ਕਹਿ ਰਿਹਾ ਵਾਂ। ਪਰ ਮੈਂ ਉਹਨਾਂ ਨੂੰ ਅੱਗੇ ਬੇਨਤੀ ਕਰੂੰਗਾ ਕਿ ਚਲੋ ਤੁਸੀਂ ਬੜਾ ਮਾੜਾ ਚੰਗਾ ਬੋਲਿਆ, ਹਨਾ, ਬੜੇ ਮੰਦੇ ਸ਼ਬਦ ਵੀ ਬੋਲੇ, ਤੇ ਆਪਾਂ ਨੂੰ ਉਸ ਚੀਜ਼ ਨਾਲ ਕੋਈ ਗੁੱਸਾ ਗਿਲਾ ਨਹੀਂ, ਕੋਈ ਗੱਲ ਨਹੀਂ, ਤੁਸੀਂ ਬੋਲ ਲਿਆ, ਵੱਡੇ ਹੋ, ਕੋਈ ਗੱਲ ਨਹੀਂ। ਤੇ ਪਰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਭਾਜੀ ਪਲੀਜ਼, ਤੁਸੀਂ ਜਿੱਥੇ ਕਹੋਗੇ, ਜਦੋਂ ਕਹੋਗੇ, ਮੈਂ ਆਪਣਾ ਸਾਰਾ ਹਿਸਾਬ ਕਿਤਾਬ ਲੈ ਕੇ ਤੁਹਾਡੇ ਕੋਲ ਆਉਣ ਲਈ ਤਿਆਰ ਹਾਂ। ਤੇ ਅੱਜ ਜਿਹੜੀ ਮੈਂ ਇੱਕ ਵੀਡੀਓ ਤੁਹਾਡੀ ਦੇਖੀ ਆ ਕ੍ਰਿਸ਼ਨ ਲਾਲ ਜੀ, ਮੈਨੂੰ ਉਹ ਦੇਖ ਕੇ ਬੜਾ ਮੈਨੂੰ ਦੁੱਖ ਲੱਗਿਆ ਕਿ ਤੁਸੀਂ ਸਾਡੇ ਪਰਿਵਾਰ ਬਾਰੇ ਕਿੰਨਾ ਮਾੜਾ ਚੰਗਾ ਬੋਲੇ ਹੋ। ਦੇਖੋ, ਜੇ ਮੇਰੇ 'ਚ ਨਿਮਰਤਾ ਵਾ, ਮੈਂ ਤੁਹਾਨੂੰ ਕੁਝ ਕਹਿੰਦਾ ਨਹੀਂ ਗਾ, ਬੋਲਿਆ ਨਹੀਂ, ਤੁਹਾਡੇ ਸ਼ਾਨ ਦੇ ਖਿਲਾਫ ਇੱਕ ਸ਼ਬਦ ਨਹੀਂ ਤੁਹਾਨੂੰ ਪਤਾ ਉਦੋਂ ਦਾ ਮੈਂ ਬੋਲਿਆ, ਹਨਾ। ਤੇ ਇਹਦਾ ਮਤਲਬ ਇਹ ਨਹੀਂ ਕਿ ਹੁਣ ਤੁਸੀਂ ਮੇਰੇ ਪਰਿਵਾਰ ਬਾਰੇ ਜਾਂ ਮੇਰੇ ਘਰ ਬਾਰੇ ਤੁਸੀਂ ਮਾੜਾ ਚੰਗਾ ਬੋਲੋ, ਹਨਾ। ਦੇਖੋ, ਹਰ ਇੱਕ ਇਨਸਾਨ ਦਾ ਕਹਿੰਦੇ ਹੁੰਦੇ ਨਾ ਕਿ ਮੇਰਾ ਤੁਸੀਂ ਹੁਣ ਇਮਤਿਹਾਨ ਨਾ ਲਓ, ਹਨਾ। ਮੈਂ ਤੁਹਾਡੀ ਬੜੀ ਰਿਸਪੈਕਟ ਕਰਦਾ ਵਾਂ, ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਇਹ ਹਿਸਾਬ ਸੀ, ਤੁਸੀਂ ਹਿਸਾਬ ਦੀ ਗੱਲ ਕੀਤੀ, ਤੁਸੀਂ ਇਹੀ ਗੱਲ ਕਿਹਾ ਸੀ ਵੀ NRI ਵੀਰਾਂ ਦਾ ਤੁਸੀਂ ਗਏ ਹੋ। ਮੈਂ ਕਹਿੰਦਾ, ਮੈਂ ਹੁਣ ਕੀ ਬੋਲਾਂ ਭਾਜੀ, ਜੇ 1 ਰੁਪਈਆ ਵੀ ਇੱਧਰ ਉੱਧਰ ਹੋ ਗਿਆ ਨਾ, ਤੇ ਮੈਂ ਤੁਹਾਡੇ ਉੱਥੇ ਪੈਰਾਂ 'ਚ ਬਹਿ ਜਾਊਂਗਾ। ਮੈਂ ਸਾਰੀ ਆਪਣੀ ਟੀਮ ਦੇ ਅਕਾਊਂਟ, ਮੈਂ ਆਪਣੇ ਸਾਰੇ ਪਰਿਵਾਰ ਦੇ ਅਕਾਊਂਟ, ਠੀਕ ਆ, ਵਿਦ ਆ ਜਿਹੜੇ ਵੀਰਾਂ ਨੇ ਸਾਨੂੰ ਸੇਵਾ ਭੇਜੀ ਆ ਸਾਰਾ ਕੁਝ ਲੈ ਕੇ ਮੈਨੂੰ ਇੱਕ ਸਮਾਂ ਦੱਸ ਦਿਓ, ਇੱਕ ਤਰੀਕ ਦੱਸ ਦਿਓ, ਇੱਕ ਜਗ੍ਹਾ ਦੱਸ ਦਿਓ, ਮੈਂ ਇਕੱਲਾ ਆਊਂਗਾ, ਠੀਕ ਹੈ ਨਾ। ਤੇ ਮੈਂ ਇਹ ਨਹੀਂ ਮੈਂ ਤੁਹਾਨੂੰ ਨੀਵਾਂ ਦਿਖਾਉਣ ਲਈ ਨਹੀਂ ਇਹ ਗੱਲ ਕਹਿ ਰਿਹਾ, ਪਰ ਦੁਨੀਆ ਅੱਗੇ ਸੱਚ ਲਿਆਉਣਾ ਬਹੁਤ ਜ਼ਰੂਰੀ ਆ। ਮੈਂ ਪਹਿਲੇ ਦਿਨ ਤੋਂ ਹੀ ਸੰਗਤ ਨੂੰ ਇਹੀ ਕਹਿੰਦਾ ਰਿਹਾ ਕਿ ਮੇਰੇ ਕੋਲ ਇਕੱਲਾ ਰੁਪਈਆ ਸੰਗਤ ਜੀ ਸਾਰਿਆਂ ਦਾ ਲਿਖਿਆ ਪਿਆ ਵਾ, ਤੇ ਕੋਈ ਗੱਲ ਨਹੀਂ, ਇਹਨਾਂ ਨੂੰ ਜੇ ਮਾੜਾ ਚੰਗਾ ਬੋਲਦੇ ਆ ਤਾਂ ਬੋਲ ਲੈਣ ਦਿਓ। ਮਹੀਨਾ ਹੋ ਗਿਆ, 1.5 ਮਹੀਨਾ ਹੋ ਗਿਆ, ਸਾਰੇ ਬੋਲ ਬਾਲ ਕੇ ਜਿੱਥੋਂ ਤੱਕ ਕਿਸੇ ਦੀ ਵਾਹ ਲੱਗੀ ਹਰ ਕੋਈ ਬੋਲਿਆ, ਚਲੋ ਕੋਈ ਗੱਲ ਨਹੀਂ, ਪਰਮਾਤਮਾ ਵੇਖਦਾ, ਵਾਹਿਗੁਰੂ ਵੇਖਦਾ, ਹਰ ਇੱਕ ਨੇ ਆਪਣਾ ਜ਼ੋਰ ਲਾਇਆ। ਤੇ ਪਰ ਲਾਸਟ ਤੇ ਹੁਣ ਕੀ ਨਿਕਲਿਆ, ਹਟ ਕੇ ਸਾਰੇ ਬੈਠ ਗਏ। ਹੋਰ ਵੀ ਕੋਈ ਮੇਰਾ ਵੀਰ ਜੇ ਕੋਈ ਰਹਿੰਦਾ ਨਾ, ਤੇ ਉਹ ਵੀ ਮਾੜਾ ਚੰਗਾ ਬੋਲ ਲਓ, ਕੋਈ ਗੱਲ ਨਹੀਂ। ਤੇ ਬਾਕੀ ਰਹਿ ਗਈ ਗੱਲ ਹਿਸਾਬ ਦੀ ਤੇ ਘਰਾਂ ਦੀ, ਤੁਹਾਨੂੰ ਹਿਸਾਬ ਵੀ ਮੈਂ ਰੁਪਈਆ ਦੇਣਾ, ਤੇ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਣਾ ਘਰਾਂ ਦੇ ਵਿੱਚ, ਜਿਹੜੇ ਘਰ ਬਣਾਏ ਆ, ਤੇ ਉਹ ਅਮਾਊਂਟ ਤੁਸੀਂ ਸੈੱਟ ਕਰਨੀ ਆ ਵੀ ਇਸ ਘਰ ਦੇ ਉੱਤੇ ਇੰਨੇ ਲੱਗੇ ਗੋਲਡੀ, ਠੀਕ ਹੈ ਨਾ, ਵੀ ਇੰਨੇ ਲੱਗੇ, ਇੰਨੇ ਤੋਂ ਵੱਧ ਦੱਸ ਰਿਹਾ। ਤੇ ਉਹ ਜਿਹੜੇ ਵਧਣਗੇ ਉਹ ਮੈਂ ਆਪਣਾ, ਚਾਹੇ ਮੈਨੂੰ ਆਪਣਾ ਘਰ ਵੇਚ ਕੇ ਨਾ ਲਾਉਣੇ ਪੈਣ, ਉਹ ਮੈਂ ਲਾਉਂਗਾ, ਠੀਕ ਹੈ ਨਾ। ਇਦਾਂ ਤੇ ਕਦੇ ਨਹੀਂ ਹੋ ਸਕਦੇ ਉੱਤੇ 1.5 ਲੱਖ ਰੁਪਈਆ ਗਿਆ ਤੇ ਉੱਥੇ ਮੈਂ 5 ਲੱਖ ਕਹਿ ਦੂੰਗਾ, ਇਦਾਂ ਤਾਂ ਨਹੀਂ ਹੋਊਗਾ ਨਾ। ਤੁਸੀਂ ਆਪ ਹੀ ਅਮਾਊਂਟ ਸੈੱਟ ਕਰਨੀ ਆ, ਪਰ ਇਸ ਕੰਮ ਲਈ SHO ਸਾਹਿਬ ਤੁਹਾਨੂੰ ਜ਼ਰੂਰ ਆਉਣਾ ਪੈਣਾ ਵਾ, ਠੀਕ ਹੈ ਨਾ, ਕਿਉਂਕਿ ਆਪਾਂ ਸੱਚ ਜਿਹੜਾ ਦੁਨੀਆ ਦੇ ਸਾਹਮਣੇ ਰੱਖਣਾ। ਤੁਸੀਂ ਸਾਨੂੰ ਬੜਾ ਮਾੜਾ ਚੰਗਾ ਬੋਲਿਆ, ਬੜਾ ਕੁਛ ਕਿਹਾ, ਹਨਾ। ਆਪਾਂ ਨੂੰ ਇਸ ਚੀਜ਼ ਦਾ ਚਲੋ ਗੁੱਸਾ ਨਹੀਂ ਹੈਗਾ, ਤੇ ਵਾਹਿਗੁਰੂ ਮਿਹਰ ਕਰੇ। ਤੇ ਬਾਕੀ ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਖਾਲਸਾ ਏਡ, ਜਿਨ੍ਹਾਂ ਨੂੰ ਤੁਸੀਂ ਸਾਰੇ ਪੂਰੇ ਵਰਲਡ ਲੈਵਲ ਤੇ ਸਾਰੇ ਜਾਣਦੇ ਹਨਾ, ਤੇ ਅਸੀਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ, ਰਵੀ ਸਿੰਘ ਖਾਲਸਾ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ, ਹਨਾ। ਤੇ ਉਹਨਾਂ ਨੇ ਸਾਡੇ ਲਈ ਬੋਲਿਆ ਸੀਗਾ, ਤੇ ਉਹਨਾਂ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਤੇ ਮਿੰਟੂ ਭਾਜੀ ਉਹਨਾਂ ਨੇ ਵੀ ਜਦੋਂ ਸ਼ੁਰੂਆਤ 'ਚ ਬੋਲਣ ਲੱਗੇ ਸੀ, ਤੇ ਉਹਨਾਂ ਨੇ ਇੱਕੋ ਹੀ ਗੱਲ ਸਮਝਾਈ ਸੀਗੀ ਕਿ ਜੇ ਤੁਸੀਂ ਇਹਨਾਂ ਦੇ ਗੱਲਾਂ ਦੇ ਜਵਾਬ ਦੋਗੇ ਜਾਂ ਕੁਝ ਬੋਲੋਗੇ ਤਾਂ ਉੱਥੇ ਤੁਸੀਂ ਜਿਹੜਾ ਕੰਟਰੋਵਰਸੀ ਦੇ ਵਿੱਚ ਫਸ ਕੇ ਰਹਿ ਜਾਓਗੇ, ਹਨਾ। ਪਰ ਮੈਂ ਚੁੱਪ ਰਿਹਾ, ਪਰ ਕਈ ਲੋਕਾਂ ਨੇ ਮੇਰੀ ਚੁੱਪ ਦਾ ਨਜਾਇਜ਼ ਫਾਇਦਾ ਵੀ ਉਠਾਇਆ ਕਿ ਪਤਾ ਨਹੀਂ ਕਿਉਂ ਲੁਕ ਗਿਆ ਵਾ, ਇਹ ਭੱਜ ਗਿਆ ਵਾ, ਇਹ ਗੱਲਬਾਤ ਨਹੀਂ ਕਰਦਾ। ਪਰ ਮੈਂ ਹਰੇਕ ਮੇਰੀ ਵੀਡੀਓ ਦੇ ਵਿੱਚ ਇਹੀ ਹੁੰਦਾ ਸੀਗਾ ਕਿ ਤੁਸੀਂ ਯਕੀਨ ਕਰੋ, ਮੇਰੇ 'ਤੇ ਵਿਸ਼ਵਾਸ ਕਰੋ, ਮੈਂ ਤੁਹਾਡੀ ਕਦੇ ਪਿੱਠ ਨਹੀਂ ਲੱਗਣ ਦਊਂਗਾ, ਠੀਕ ਹੈ ਨਾ। ਤੇ ਜਿੱਥੇ ਤੁਸੀਂ ਮੈਨੂੰ ਕਹੋਗੇ ਮੈਂ ਉੱਥੇ ਹੀ ਆਪਣਾ ਸਾਰਾ ਕੁਝ ਲੈ ਕੇ ਤੁਹਾਡੇ ਨਾਲ ਬੈਠਣ ਲਈ ਤਿਆਰ ਹਾਂ। ਤੇ ਬਾਕੀ ਗੱਲ ਇੱਕ ਲਾਸਟ ਤੇ ਮੈਂ ਜਿਹੜੀ ਇਹ ਗੱਲ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਵਾਂ ਕਿ ਦੇਖੋ, ਪਿਆਰ ਮੇਰਾ ਜਿੰਨੇ ਵੀ ਸਮਾਜ ਸੇਵੀ ਆ ਸਾਰਿਆਂ ਨਾਲ ਮੇਰਾ ਬਹੁਤ ਪਿਆਰ ਆ। ਮੈਂ ਕਿ ਇਨਸਾਨ ਹੀ ਇੱਦਾਂ ਦਾ, ਮੈਂ ਕਿ ਹਰ ਇੱਕ ਨੂੰ ਬਹੁਤ ਪਿਆਰ ਕਰਦਾ। ਹੁਣ ਤੁਸੀਂ ਦੇਖ ਲਿਓ ਕਿੰਨਿਆਂ ਨੇ ਮੈਨੂੰ ਮਾੜਾ ਚੰਗਾ ਬੋਲਿਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਹੀ ਤੁਸੀਂ ਮੈਨੂੰ ਦੇਖੋਗੇ ਤੇ ਹੱਸਦੇ ਖੇਡਦੇ ਦੇਖੋਗੇ, ਕਿਉਂਕਿ ਮੈਂ ਹਮੇਸ਼ਾ ਹੱਸਦਾ ਖੇਡਦਾ ਰਹਿੰਦਾ ਵਾਂ। ਤੇ ਬਾਕੀ ਇੱਕ ਗੱਲ ਇਹ ਵੀ ਆ ਕਿ ਬਾਈ ਇਹਨਾਂ ਨੇ ਸਾਨੂੰ ਧਮਕੀਆਂ ਦਵਾਈਆਂ ਨੇ, ਸਾਨੂੰ ਇਹ ਕੀਤਾ,
ਯਾਰ ਭਾਜੀ ਮੈਂ ਤੁਹਾਡੇ ਸਾਹਮਣੇ ਆਣ ਕੇ ਜਾਂ ਕਿਸੇ ਦੇ ਸਾਹਮਣੇ ਆ ਕਿਸੇ ਨੂੰ ਮਾੜਾ ਚੰਗਾ ਤਾਂ ਬੋਲ ਨਹੀਂ ਸਕਦਾ ਹਨਾ, ਤੇ ਧਮਕੀਆਂ ਮੈਂ ਕਿੱਥੋਂ ਦਵਾ ਦੂੰਗਾ ਯਾਰ। ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਇੱਕ ਵਾਰੀ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਦੋ ਕਿ ਗੋਲਡੀ ਇਦਾਂ ਦਾ ਇਨਸਾਨ ਆ, ਕਿਸੇ ਨੂੰ ਧਮਕੀ ਦਵਾ ਸਕਦਾ। ਇਦਾਂ ਦਾ ਮੈਂ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ, ਨਾ ਤਾਂ ਮੈਂ ਕਿਸੇ ਨੂੰ ਧਮਕੀ ਦਵਾਈ ਆ, ਠੀਕ ਆ ਨਾ। ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਤੇ ਆਪਣੇ ਮਾਂ-ਪਿਓ ਤੋਂ ਵੱਧ ਕੇ ਕੁਝ ਨਹੀਂ ਹੁੰਦਾ, ਠੀਕ ਆ ਨਾ। ਮੈਂ ਆਪਣੇ ਮਾਂ-ਪਿਓ ਦੀ ਵੀ ਸਹੁੰ ਖਾ ਕੇ ਕਹਿ ਦਿੰਦਾ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਹਾਜ਼ਰ ਨਾਜ਼ਰ ਜਾਣ ਕੇ ਵੀ ਕਹਿ ਦਿੰਦਾ ਕਿ ਮੈਂ ਨਾ ਤਾਂ ਕਿਸੇ ਨੂੰ ਇਹ ਕਿਹਾ ਕਿ ਭਾਈ ਉਹਦੇ ਖਿਲਾਫ ਬੈਡ ਕਮੈਂਟ ਕਰੋ ਜਾਂ ਉਹਦੇ ਪਰਿਵਾਰ ਬਾਰੇ ਗਲਤ ਬੋਲੋ, ਠੀਕ ਆ ਨਾ, ਜਾਂ ਕਿਸੇ ਨੂੰ ਕੋਈ ਧਮਕੀ ਦਵਾਈ ਹੋਵੇ, ਇਦਾਂ ਦਾ ਨਾ ਤੇ ਆਪਣੇ ਖੂਨ ਦੇ ਵਿੱਚ ਹੈਗਾ ਤੇ ਨਾ ਆਪਾਂ ਕਦੇ ਕੀਤਾ ਇਦਾਂ ਦਾ ਕੁਛ ਵੀ। ਬਾਕੀ ਲਾਸਟ ਤੇ ਮੈਂ ਇਹੀ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਪਹਿਲਾਂ ਵੀ ਮੈਂ ਕਰ ਚੁੱਕਿਆ ਕਿ ਮੇਰਾ ਪਿਆਰ ਜਿਹੜਾ ਜਿੰਨੇ ਵੀ ਸਾਡੇ ਨਾਲ ਜਿੰਨੇ ਜੁੜੇ ਹੋਏ ਨੇ ਸਮਾਜ ਸੇਵੀ ਸਾਰਿਆਂ ਦੇ ਨਾਲ ਹੈਗਾ ਵਾ। ਤੇ ਬਾਕੀ ਜਿਹੜਾ ਇਹ ਮੁੱਦੇ ਦੇ ਉੱਤੇ ਮੈਂ ਆਵਾਂ ਕਿ ਮਨਦੀਪ ਵੀਰਾ, ਰਣਜੀਤ ਵੀਰਾ ਤੇ ਪਨੀਤ, ਮੈਂ ਇਹਨਾਂ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਵਾਂ ਤੇ ਮੈਂ ਕਰਦਾ ਰਹੂੰਗਾ ਵੀ ਪਿਆਰ ਇਹਨਾਂ ਨੂੰ ਸਾਰਿਆਂ ਨੂੰ। ਹਾਂ, ਇਹਨਾਂ ਨੇ ਆਪਣੀ ਸੇਵਾ ਕੀਤੀ ਆ ਤੇ ਇਹਨਾਂ ਦਾ ਜਿਹੜਾ ਹਿਸਾਬ ਕਿਤਾਬ ਆ ਉਹ ਆਪ ਖੁਦ ਦੇਣਗੇ, ਠੀਕ ਹੈ ਨਾ। ਇਸ ਚੀਜ਼ ਦੇ ਵਿੱਚ ਤੁਸੀਂ ਮੈਨੂੰ ਨਾ ਭਾਜੀ ਲੈ ਕੇ ਆਓ ਕਿ ਤੂੰ ਇਹਨਾਂ ਦਾ ਹੈੱਡ ਆ, ਮੈਂ ਕੋਈ ਹੈੱਡ ਨਹੀਂ ਹੈਗਾ। ਅਸੀਂ ਆਪਣੀ ਸੇਵਾ ਕੀਤੀ ਆ, ਜਿਨ੍ਹਾਂ ਵੀਰਾਂ ਨੇ ਮੈਨੂੰ ਸੇਵਾ ਭੇਜੀ ਆ। ਮੈਂ ਚਲੋ ਇਹ ਤਾਂ ਹੁਣ ਤਾਂ ਲੋਕਡਾਊਨ ਆ, ਕਿਤੇ ਸਦਾ ਹੀ ਥੋੜਾ ਰਹਿਣਾ, ਸਦਾ ਨਹੀਂ ਰਹਿਣਾ ਲੋਕਡਾਊਨ। ਕਦੇ ਤਾਂ ਇਹ ਸੰਗਤ ਨੇ ਜਿਹੜੀ ਸੇਵਾ ਭੇਜੀ ਕਦੇ ਤਾਂ ਆਉਣਗੇ ਨਾ। ਆ ਦੇਖਿਓ, ਆ ਤੁਹਾਡੇ ਸਾਹਮਣੇ ਮੈਂ ਤਾਂ ਟਾਈਮ ਵੀ ਨੋਟ ਕੀਤਾ ਹੋਇਆ ਵੀ ਕਿੰਨੀ ਤਰੀਕ ਨੂੰ, ਆ ਦੇਖੋ ਕਿੰਨੀ ਤਰੀਕ ਨੂੰ ਕਿੰਨੇ ਵੱਜ ਕੇ ਕਿੰਨੇ ਮਿੰਟ ਦੇ ਇੰਨੀ ਅਮਾਉਂਟ ਮੈਨੂੰ ਜਿਹੜੀ ਉਹ ਰਿਸੀਵ ਹੋਈ ਹੈ ਹਨਾ। 1-1 ਰੁਪਈਆ ਸੰਗਤ ਜੀ ਮੈਂ ਲਿਖਿਆ ਹੋਇਆ, 1-1 ਰੁਪਈਆ। ਤੇ ਬਾਕੀ ਮਾਫ ਕਰਿਓ ਸੰਗਤ ਜੀ, ਫਿਰ ਵੀ ਜਿਹੜਾ ਕਿਤੇ 19-21 ਹੋ ਗਈ ਹੋਵੇ ਮੇਰੇ ਕੋਲੋਂ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਵਾ ਹਨਾ। ਤੇ ਅਸੀਂ ਦਰਬਾਰ ਸਾਹਿਬ ਜਾ ਕੇ, ਕਿਉਂਕਿ ਉਸ ਤੋਂ ਵੱਡਾ ਪਵਿੱਤਰ ਸਥਾਨ ਮੈਨੂੰ ਨਹੀਂ ਲੱਗਦਾ ਕੋਈ ਹੋਰ ਹੈਗਾ ਵਾ, ਉੱਥੇ ਜਾ ਕੇ ਵੀ ਅਸੀਂ ਜਿਹੜੀ ਮਾਫੀ ਮੰਗਣ ਲਈ ਵੀ ਤਿਆਰ ਹਾਂ ਸੰਗਤ ਕੋਲੋਂ ਕਿ ਅਸੀਂ ਚਲੋ ਅਸੀਂ ਸੇਵਾ ਹੀ ਭੱਜ ਨੱਠ ਇੰਨੀ ਜ਼ਿਆਦਾ ਕੀਤੀ, ਇੰਨਾ ਕੁ ਜ਼ਿਆਦਾ ਵਰਕ ਕੀਤਾ, ਮਿਹਨਤ ਕੀਤੀ ਹਨਾ। ਤੇ ਇਹ ਮਤਲਬ ਕਿ ਸਾਡੇ ਦਿਮਾਗ ਚੋਂ ਨਿਕਲ ਗਿਆ ਸੀਗਾ ਕਿ ਅਸੀਂ ਮਤਲਬ ਪਾਰਦਰਸ਼ਤਾ ਹੋਣੀ ਵੀ ਬਹੁਤ ਜ਼ਰੂਰੀ ਹੈ। ਇਹ ਸੱਚ ਆ, ਬਿਲਕੁਲ ਸੱਚੀਆਂ ਗੱਲਾਂ ਨੇ। ਪਾਰਦਰਸ਼ਤਾ ਹੋਣੀ ਬਹੁਤ ਜ਼ਰੂਰੀ ਹੈ। ਤੇ ਇਸੇ ਕਰਕੇ ਜਿੰਨੇ ਵੀ ਹੁਣ ਘਰ ਜਿਹੜੇ ਬਣਦੇ ਪਏ ਆ, ਕਿਉਂਕਿ ਕੋਈ ਲੈਂਟਰ ਤੇ ਖੜਾ ਵਾ ਘਰ, ਤੇ ਕਈ ਦੀ ਸ਼ਟਰਿੰਗ ਹੋ ਰਹੀ, 2-2 ਮਹੀਨੇ ਸੰਗਤ ਜੀ ਲੱਗ ਜਾਂਦੇ ਆ। ਸਾਰਿਆਂ ਨੂੰ ਪਤਾ, ਜਿਹੜੇ ਘਰ ਵੀਰ ਬਣਾਉਂਦੇ ਸਮਾਜ ਸੇਵੀ ਸਾਰਿਆਂ ਨੂੰ ਪਤਾ ਕਿ 15-15 ਦਿਨ ਜਦੋਂ ਲੈਂਟਰ ਪੈਂਦਾ ਫਿਰ ਸ਼ਟਰਿੰਗ ਨਹੀਂ ਖੁੱਲਦੀ, ਕਈਆਂ ਦੀ ਸ਼ਟਰਿੰਗ ਹੋ ਲਈ, ਕਈਆਂ ਦੇ ਰੰਗ ਹੋ ਰਿਹਾ, ਘਰਾਂ ਨੂੰ ਬੂਹੇ ਲੱਗ ਰਹੇ ਆ। ਸੋ ਇੱਕ ਕਰਕੇ ਘਰ ਤੁਹਾਡੇ ਸਾਰਿਆਂ ਦੇ ਸੰਗਤ ਜੀ ਸਾਹਮਣੇ ਆ ਜਾਣਾ ਵਾ। ਤੇ ਬਾਕੀ ਉੱਥੇ ਜਿਹੜੇ ਘਰ ਬਣ ਰਹੇ, ਉੱਥੇ ਮੈਂ NRI ਵੀਰਾਂ ਦੀ ਮੈਂ ਫਿਰ ਕਹਿ ਦੇਣ ਲੱਗਾ ਕਿ ਉਹਨਾਂ ਦੀ ਮੈਂ ਡਿਊਟੀ ਲਾਈ ਹੋਈ ਆ ਕਿ ਭਾਈ ਤੁਸੀਂ ਆਪ ਹੀ ਜਾ ਕੇ ਹਨਾ ਹੁਣ ਆਪਣਾ ਪਰਿਵਾਰ ਦਾ ਮੈਂਬਰ ਭੇਜ ਕੇ ਉੱਥੇ ਤੁਸੀਂ ਕੰਮ ਕਰਾਓ। ਅਸੀਂ ਹੁਣ ਉਦੋਂ ਹੀ ਇਹ ਸੇਵਾ ਚਾਹਾਂਗੇ ਜਦੋਂ ਅਸੀਂ ਪ੍ਰੋਪਰ ਤਰੀਕੇ ਦੇ ਨਾਲ NGO ਰਜਿਸਟਰਡ ਕਰਵਾ ਲਵਾਂਗੇ ਹਨਾ। ਕਿਉਂਕਿ ਇਸ ਚੀਜ਼ ਦੇ ਉੱਤੇ ਹੀ ਜਿਹੜਾ ਸਾਡਾ ਮੇਨ ਜਿਹੜੀ ਉਂਗਲ ਸਾਡੀ ਉੱਤੇ ਉੱਠੀ ਆ, ਇਸੇ ਕਰਕੇ ਉੱਠੀ ਆ ਕਿ ਭਾਈ ਤੁਹਾਡੀ ਜਿਹੜੀ NGO ਉਹ ਰਜਿਸਟਰਡ ਨਹੀਂ ਸੀਗੀ। ਪਰ ਮੈਂ ਕਦੇ ਵੀ ਇਸ ਚੀਜ਼ ਨੂੰ ਲੈ ਕੇ ਨਹੀਂ, ਅਸੀਂ ਤਾਂ ਇੱਕ ਇਨਸਾਨੀਅਤ ਦੇ ਨਾਤੇ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਸੇਵਾ ਕੀਤੀ ਸੀਗੀ। ਤੇ ਫਿਰ ਵੀ ਜੇ ਮੈਂ ਮੰਨਦਾ ਵਾਂ ਕਿ ਮੇਰੇ ਤੋਂ ਕੋਈ ਗਲਤੀ ਹੋਈ ਆ ਤਾਂ ਮੈਂ ਦਰਬਾਰ ਸਾਹਿਬ ਜਾ ਕੇ ਜ਼ਰੂਰ ਉੱਥੇ ਨੀਵੇਂ ਹੋ ਕੇ ਨਤਮਸਤਕ ਹੋ ਕੇ ਮੈਂ ਸੰਗਤ ਕੋਲੋਂ ਮਾਫੀ ਮੰਗੂੰਗਾ ਕਿ ਭਾਈ ਮੇਰੇ ਤੋਂ ਪਾਰਦਰਸ਼ਤਾ ਨਹੀਂ ਦਿਖਾਈ ਗਈ। ਤੇ ਬਾਕੀ ਖੁਸ਼ ਰਹੋ, ਇੱਦਾਂ ਹੀ ਪਿਆਰ ਕਰਦੇ ਰਹੋ ਹੈ ਨਾ। ਤੇ ਸੇਵਾ ਆਪਾਂ ਇੱਦਾਂ ਹੀ ਰਲ ਮਿਲ ਕੇ ਸਾਰਿਆਂ ਨੇ ਕਰਦੇ ਰਹਿਣਾ ਵਾ। ਤੇ ਖੁਸ਼ ਰਹੋ, ਆਬਾਦ ਰਹੋ। ਵਾਹਿਗੁਰੂ ਜੀ ਕਾ ਖਾਲਸਾ।